ਬੱਚਿਓ MA 4th ਸਮੈਸਟਰ ਦੀ MPP ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈਗਾ ਨਿਊ ਲਿਬਰਲਿਜ਼ਮ ਵਾਲਾ ਜਿਹੜਾ ਟੌਪਿਕ ਕੱਲ ਸ਼ੁਰੂ ਕੀਤਾ ਸੀ ਉਹਨੂੰ ਅਸੀਂ ਅੱਗੇ ਵਧਾਵਾਂਗੇ। ਕੱਲ ਮੈਂ ਟੌਪਿਕ ਤੁਹਾਨੂੰ ਜਿਹੜਾ ਹੈ ਜਨਰਲ ਪਰਸਪੈਕਟਿਵ ਤੋਂ ਸਮਝਾਇਆ ਸੀ। ਉਹਦੇ ਵਿੱਚ ਦੱਸਿਆ ਸੀ ਕਿ ਗਲੋਬਲਾਈਜੇਸ਼ਨ ਕੀ ਹੁੰਦੀ ਹੈ, ਵਿਸ਼ਵੀਕਰਨ ਕੀ ਹੁੰਦਾ ਹੈ, ਕਿਸ ਤਰ੍ਹਾਂ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਸਾਡੇ ਸਾਹਮਣੇ ਜਿਹੜੀ ਹੈ ਉਹ ਆਈ ਹੈ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਇਸ ਟੌਪਿਕ ਨੂੰ ਜਿਹੜਾ ਹੈਗਾ ਆਪਾਂ ਜਿਹੜਾ ਹੈ ਇਸ ਦੇ ਅੰਜਾਮ ਤੱਕ ਜਿਹੜਾ ਹੈ ਪਹੁੰਚਾਈਏ। ਸੋ ਮੈਂ ਅੱਜ ਦਾ ਲੈਕਚਰ ਜਿਹੜਾ ਹੈ ਸ਼ੁਰੂ ਕਰਦਾ। ਮੈਂ ਤੁਹਾਡੇ ਨਾਲ ਇੱਥੇ ਇੱਕ ਜਿਹੜਾ ਹੈਗਾ ਪੀਪੀਟੀ ਜਿਹੜੀ ਹੈ ਸ਼ੇਅਰ ਕਰਨ ਲੱਗਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਅਸੀਂ ਕੱਲ ਡੈਫੀਨੇਸ਼ਨ ਅਸੀਂ ਅੱਜ ਡਿਸਕਸ ਕਰਾਂਗੇ ਨਿਊ ਲਿਬਰਲਿਜ਼ਮ ਦੀ। ਫਿਰ ਇਹਦਾ ਉਦੈ ਕਿੱਦਾਂ ਹੋਇਆ ਇੰਟਰਨੈਸ਼ਨਲ ਸੀਨ ਉੱਤੇ, ਠੀਕ ਹੈ, ਉਹਦੀ ਵੀ ਗੱਲ ਕਰਾਂਗੇ। ਇੱਕ ਗੱਲ ਮੈਂ ਇੱਥੇ ਕਲੀਅਰ ਕਰ ਲਵਾਂ, ਜਦੋਂ ਅਸੀਂ ਨਵ ਉਦਾਰਵਾਦ ਦੀ ਗੱਲ ਕਰਦੇ ਹਾਂ ਤਾਂ ਨਵ ਉਦਾਰਵਾਦੀਆਂ ਅਸੀਂ ਦੋ ਅਪਰੋਚਸ ਪੜ੍ਹੇ ਨੇ। ਇੱਕ ਇੰਟਰਨੈਸ਼ਨਲ ਪੋਲਿਟਿਕਸ ਵਾਲਾ ਜਿਹੜਾ ਨਵ ਉਦਾਰਵਾਦ ਹੈ ਟੋਟਲੀ ਡਿਫਰੈਂਟ ਹੈ, ਡਿਫਰੈਂਟ ਅਪਰੋਚ ਹੈਗੀ ਹੈ। ਠੀਕ ਹੈ, ਉਹਦੇ ਵਿੱਚ ਥੋੜਾ ਜਿਹਾ ਜਿਹੜਾ ਹੈਗਾ ਅਸੀਂ ਜਿਹੜਾ ਨਿਊ ਲਿਬਰਲਿਜ਼ਮ ਦਾ ਕਨਸੈਪਟ ਕਰਨਾ ਅਸੀਂ ਪੋਲੀਟੀਕਲ ਥਿਊਰੀ ਦੇ ਵਿੱਚ ਜਾਂ ਪੋਲੀਟੀਕਲ ਫਿਲਾਸਫੀ ਦੇ ਵਿੱਚ ਇਹ ਅਸੀਂ ਜਿਹੜਾ ਹੈ ਸਿਧਾਂਤ ਕਰਨਾ ਹੈ। ਸੋ ਅੱਜ ਅਸੀਂ ਇੱਕ ਤਾਂ ਇਹਦੀ ਡੈਫੀਨੇਸ਼ਨ ਦੇਖਾਂਗੇ, ਫਿਰ ਦੂਜਾ ਇਹਦੀ ਹਿਸਟਰੀ ਦੇਖਾਂਗੇ, ਫਿਰ ਇਹਦਾ ਅਸੀਂ ਕ੍ਰਿਟੀਕਲ ਐਨਾਲਿਸਿਸ ਵੀ ਜਿਹੜਾ ਹੈ ਉਹ ਕਰਾਂਗੇ। ਕੱਲ ਅਸੀਂ ਗੱਲ ਕੀਤੀ ਸੀ ਗਲੋਬਲਾਈਜੇਸ਼ਨ ਦੀ, ਵਿਸ਼ਵੀਕਰਨ ਕੀ ਹੁੰਦਾ ਹੈ। ਮੈਂ ਇਹਦਾ ਅਰਥ ਜਿਹੜਾ ਹੈ ਤੁਹਾਨੂੰ ਸਪਸ਼ਟ ਕੀਤਾ ਸੀ। ਜਿਹੜਾ ਬੱਚਿਆਂ ਨੇ ਲੈਕਚਰ ਸੁਣ ਲਿਆ ਹੋਣਾ ਕੱਲ ਵਾਲਾ, ਉਹਨਾਂ ਨੂੰ ਮਤਲਬ ਕਿ ਗਲੋਬਲਾਈਜੇਸ਼ਨ ਦਾ ਜਿਹੜਾ ਅਰਥ ਹੈ ਉਹ ਕਲੀਅਰ ਹੋ ਗਿਆ ਹੋਣਾ। ਫਿਰ ਉਸ ਤੋਂ ਬਾਅਦ ਅਗਲੀ ਸਲਾਈਡ ਤੇ ਆਪਾਂ ਚੱਲੀਏ। ਹੁਣ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਗਲੋਬਲਾਈਜੇਸ਼ਨ ਕੀ ਹੁੰਦੀ ਹੈ। ਗਲੋਬਲਾਈਜੇਸ਼ਨ ਇੱਕ ਤਰ੍ਹਾਂ ਦਾ ਪ੍ਰੋਸੈਸ ਹੈ, ਠੀਕ ਹੈ। ਕਿੱਦਾਂ ਮਤਲਬ ਇਹਦੇ ਵਿੱਚ ਅੰਤਰਕ੍ਰਿਆ ਵੀ ਹੈ ਔਰ ਇਹਦੇ ਵਿੱਚ ਸਾਂਝ ਵੀ ਹੈ, ਇੰਟੀਗ੍ਰੇਸ਼ਨ ਵੀ ਹੈ ਕਿ ਇਹਦੇ ਵਿੱਚ ਲੋਕਾਂ ਦੇ ਵਿਚਕਾਰ, ਕੰਪਨੀਆਂ ਦੇ ਵਿਚਕਾਰ, ਗਵਰਨਮੈਂਟ ਦੇ ਵਿਚਕਾਰ, ਡਿਫਰੈਂਟ ਜਿਹੜੀਆਂ ਨੇਸ਼ਨਸ ਹੈ ਉਹਨਾਂ ਵਿਚਕਾਰ। ਸੋ ਇਸ ਪ੍ਰੋਸੈਸ ਨੂੰ ਜਾਂ ਇਸ ਪ੍ਰਕਿਰਿਆ ਨੂੰ ਅਸੀਂ ਜਿਹੜਾ ਹੈ ਵਿਸ਼ਵੀਕਰਨ ਦਾ ਨਾਮ ਜਿਹੜਾ ਦਿੰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਜਿਹੜੀ ਗਲੋਬਲਾਈਜੇਸ਼ਨ ਹੁੰਦੀ ਹੈ ਜਾਂ ਵਿਸ਼ਵੀਕਰਨ ਹੁੰਦਾ ਹੈ, ਇਹਦੇ ਵਿੱਚ ਇਨਵੈਸਟਮੈਂਟ ਪਾਰਟ ਵੀ ਹੁੰਦਾ ਹੈ, ਇਹਦੇ ਵਿੱਚ ਟੈਕਨੋਲੋਜੀ ਵੀ ਹੁੰਦੀ ਹੈ। ਇਹਦੇ ਔਰ ਇਨਵੈਸਟਮੈਂਟ ਪਾਰਟ ਔਰ ਟੈਕਨੋਲੋਜੀ ਦਾ, ਤਕਨੀਕ ਦਾ ਜੋ ਮਨੁੱਖੀ ਜੀਵਨ ਉੱਤੇ ਪ੍ਰਭਾਵ ਪੈਂਦਾ ਉਹ ਵੀ ਅਸੀਂ ਵਿਸ਼ਵੀਕਰਨ ਦੇ ਵਿੱਚ ਜਾਂ ਗਲੋਬਲਾਈਜੇਸ਼ਨ ਦੇ ਵਿੱਚ ਉਹਨੂੰ ਵੀ ਅਸੀਂ ਪੜ੍ਹੀਦਾ ਜਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਦੇਖੀਦਾ। ਹੁਣ ਆਪਾਂ ਅਗਲੀ ਸਲਾਈਡ ਤੇ ਜਿਹੜਾ ਹੈਗਾ ਮੂਵ ਕਰਦੇ ਹੈਗੇ। ਠੀਕ ਹੈ। Economy, a defining feature of globalization therefore is international industry and financial business structure। ਹੁਣ ਜਿਹੜੀਆਂ ਮੈਂ ਵਿਸ਼ੇਸ਼ਤਾਵਾਂ ਦੀ ਗੱਲ ਕਰ ਰਿਹਾ ਹਾਂ, ਚਾਹੇ ਅਸੀਂ ਗਲੋਬਲਾਈਜੇਸ਼ਨ ਦੀ ਈਰਾ ਦੇ ਵਿੱਚ ਜਾਂ ਵਿਸ਼ਵੀਕਰਨ ਦੀ ਈਰਾ ਦੇ ਵਿੱਚ ਇਸ ਨੂੰ ਦੇਖ ਰਹੇ ਹਾਂ ਜਾਂ ਉਸ ਪਰਿਪੇਖ ਦੇ ਵਿੱਚ ਇਹਨੂੰ ਦੇਖ ਰਹੇ ਹਾਂ, ਪਰ ਅਗਰ ਅਸੀਂ ਗੱਲ ਕਰੀਏ ਕਿ ਜਿਹੜੀ ਇੰਟਰਨੈਸ਼ਨਲ ਇੰਡਸਟਰੀ ਐਂਡ ਫਾਈਨੈਂਸ ਬਿਜ਼ਨਸ, ਇਹ ਜਿਹੜੇ ਫੀਚਰਸ ਹੈਗੇ ਆ ਨਿਊ ਲਿਬਰਲਿਜ਼ਮ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਬਣੀਆਂ। ਹੁਣ ਅਗਲੀ ਅਗਰ ਅਸੀਂ ਦੇਖੀਏ ਅੱਛਾ, ਹੁਣ ਅਸੀਂ ਗੱਲ ਪਹਿਲੇ ਕਰਾਂਗੇ ਕਲਾਸਿਕਲ ਲਿਬਰਲਿਜ਼ਮ ਦੀ। ਠੀਕ ਹੈ ਜੀ। ਹੁਣ ਕਲਾਸਿਕਲ ਲਿਬਰਲਿਜ਼ਮ ਕੀ ਸੀਗਾ, ਪੁਰਾਤਨ ਉਦਾਰਵਾਦ ਕੀ ਸੀਗਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਰਾਤਨ ਉਦਾਰਵਾਦ ਜਿਹੜਾ ਸੀਗਾ ਉਹਦਾ ਜਨਮ ਹੁੰਦਾ ਹੈਗਾ 16ਵੀਂ ਸ਼ਤਾਬਦੀ ਦੇ ਵਿੱਚ। ਤਾਂ ਇਹ ਜਿਹੜੀ ਆਈਡੀਓਲੋਜੀ ਹੈ ਮਤਲਬ 20ਵੀਂ ਸ਼ਤਾਬਦੀ ਦੇ ਮੱਧ ਤੱਕ, ਮਤਲਬ 19ਵੀਂ ਸ਼ਤਾਬਦੀ ਤੱਕ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਹੈ ਪਪੂਲਰ ਰਹਿੰਦੀ ਹੈ ਕਲਾਸਿਕਲ ਲਿਬਰਲਿਜ਼ਮ ਜਿਹੜਾ ਹੈਗਾ, ਜਿਹਨੂੰ ਅਸੀਂ ਪੁਰਾਤਨ ਉਦਾਰਵਾਦ ਕਹਿੰਦੇ ਹਾਂ ਜਾਂ ਟ੍ਰੈਡੀਸ਼ਨਲ ਲਿਬਰਲਿਜ਼ਮ ਕਹਿੰਦੇ ਹਾਂ। ਇਹ 19ਵੀਂ ਸ਼ਤਾਬਦੀ ਤੱਕ ਬਹੁਤ ਜ਼ਿਆਦਾ ਲੋਕਪ੍ਰਿਯ ਹੋ ਗਿਆ। ਠੀਕ ਹੈ। ਇਹਨੂੰ ਅਸੀਂ ਕੁਝ ਵਿਚਾਰਕ ਜਿਹੜੇ ਆ ਉਹ ਵਿਅਕਤੀਵਾਦ ਵੀ ਕਹਿੰਦੇ ਆ। ਹੁਣ ਇਹ ਜਿਹੜਾ ਉਦਾਰਵਾਦ ਸੀਗਾ, ਇੱਥੇ ਹੁਣ ਬੋਰਡ ਵੱਲ ਜਰਾ ਧਿਆਨ ਦਿਓ। ਮਤਲਬ ਅਸੀਂ ਕਲਾਸਿਕਲ ਜਿਹੜਾ ਲਿਬਰਲਿਜ਼ਮ ਹੈ
ठीक है जी, ਉਹਨੂੰ ਅਸੀਂ ठीक है जी, ਉਹਨੂੰ ਅਸੀਂ ਕੀ ਕਹਿੰਦੇ हैं, ਉਹਨੂੰ ट्रेडिशनल लिबरलिज्म भी कहते हैं। ਉਹਨੂੰ ट्रेडिशनल लिबरलिज्म भी ਅਸੀਂ ਕਹਿੰਦੇ हैं। ठीक है, ये जी आइडियोलॉजी सी, आइडियोलॉजी remained very popular in 1960। ठीक है जी, वैसे जी क्लासिकल लिबरलिज्म है वो 20वीं शताब्दी के मध्य तक चलिया, ਜਦੋਂ तक मॉडर्न लिबरलिज्म ਜਿਹੜਾ आया। ਹੁਣ ਜਿਹੜਾ पुरातन उदारवाद है वो दो चीज़ों नाल ਜਿਹੜਾ है रिलेटेड है। ठीक है जी, पहली गल इंडिविजुअल के नाल रिलेटेड है, व्यक्ति के नाल रिलेटेड है। ठीक है जी, दूसरी गल ਜਿਹੜਾ पुरातन उदारवाद है वो किहड़ी चीज़ नाल रिलेटेड है, और रिलेटेड है नेगेटिव लिबर्टी का कंसेप्ट। नेगेटिव लिबर्टी के कंसेप्ट के नाल ਹੁਣ ਨੈਗੇਟਿਵ ਲਿਬਰਟੀ ਦਾ ਕਨਸੈਪਟ ਕੀ ਸੀਗਾ। ਨੈਗੇਟਿਵ ਲਿਬਰਟੀ ਦੇ ਵਿੱਚ ਇੱਥੇ ਬੋਰਡ ਵੱਲ ਧਿਆਨ ਦਿਓ। ਨੈਗੇਟਿਵ ਲਿਬਰਟੀ ਦਾ ਕਨਸੈਪਟ ਸੀਗਾ ਕਿ ਵਿਅਕਤੀ ਨੂੰ ਜਿਹੜਾ ਹੈ ਖੁੱਲਾ ਛੱਡ ਦਿਓ, ਵਿਅਕਤੀ ਨੂੰ ਆਪਣੀ ਮਨਮਰਜ਼ੀ ਕਰਨ ਦਿਓ, ਵਿਅਕਤੀ ਉੱਤੇ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਾ ਲਾਓ, ਉਹ ਚਾਹੇ ਰਾਜਨੀਤਿਕ ਖੇਤਰ ਹੋਵੇ ਚਾਹੇ ਆਰਥਿਕ ਖੇਤਰ ਹੋਵੇ। ਔਰ ਇਕਨੋਮੀ ਜਿਹੜੀ ਸੀਗੀ ਉਸ ਟਾਈਮ ਤੇ ਇਕਨੋਮੀ ਜਿਹੜੀ ਨੂੰ ਜਿਹੜਾ ਹੈ ਇੱਕ ਸੈਲਫ ਰੈਗੂਲੇਟਰੀ ਸਿਸਟਮ ਸੀਗਾ। ਔਰ ਉਸ ਟਾਈਮ ਦੇ ਵਿਚਾਰਕ ਇਹ ਮੰਨਦੇ ਸੀਗੇ ਕਿ ਜਿਹੜੀ ਇਕਨੋਮੀ ਹੈ, ਹੁਣ ਇਕਨੋਮਿਕ ਸਫੀਅਰ ਦੀ ਗੱਲ ਕਰ ਲਈਏ ਅਸੀਂ, ਇਕਨੋਮਿਕ ਸਫੀਅਰ ਦੀ ਅਸੀਂ ਗੱਲ ਕਰਨੀ ਹੈ, ਉਹਦੇ ਵਿੱਚ ਕੀ ਸੀਗਾ, ਉਹਦੇ ਵਿੱਚ ਓਪਨ ਕੰਪੀਟੀਸ਼ਨ, ਉਹਦੇ ਵਿੱਚ ਓਪਨ ਕੰਪੀਟੀਸ਼ਨ ਸੀਗਾ। ਆ ਓਪਨ ਕੰਪੀਟੀਸ਼ਨ ਮਤਲਬ ਖੁੱਲੇ ਵਪਾਰ ਦੀ ਆਗਿਆ ਸੀ। ਠੀਕ ਹੈ ਜੀ, मतलब कि ਵਿਅਕਤੀ ਜਿਹੜਾ ਹੈ ਆਪਣੇ ਹਿਸਾਬ ਨਾਲ ਜਿਹੜਾ ਹੈ ਵਪਾਰ ਕਰ ਸਕਦਾ ਸੀ। ਔਰ ਇਕਨੋਮੀ ਨੂੰ ਰੈਗੂਲੇਟ ਕੌਣ ਕਰ ਰਿਹਾ ਸੀ, ਇਕਨੋਮੀ ਉੱਤੇ ਕਿਸੇ ਦਾ ਨਿਯੰਤਰਣ ਨਹੀਂ ਸੀ, ਸੈਲਫ ਰੈਗੂਲੇਟਿਡ ਜਿਹੜੀ ਸੀਗੀ ਇਕਨੋਮੀ ਸੀਗੀ। ਔਰ ਉਸ ਟਾਈਮ ਦੇ ਵਿਚਾਰਕ ਇਸ ਗੱਲ ਦੇ ਨਾਲ ਇਸ ਗੱਲ ਨੂੰ ਮੰਨਦੇ ਸੀਗੇ कि इकॉनमी जिहड़ी है वो सैल्फ रेगूलेटेड है, इस करके ਉਹਦਾ ਜਿਹੜਾ ਮੂਲ ਮੰਤਰ ਹੈ ਇਕਨੋਮਿਕ ਪ੍ਰੋਗਰੈਸ ਹੈ, मतलब ਉਹਦੇ ਨਾਲ ਜਿਹੜਾ ਹੈ ਆਰਥਿਕ ਉન્નਤੀ ਹੋਏਗੀ ਔਰ ਜਿਹੜਾ ਹੈ ਇਕਨੋਮਿਕ ਸਿਸਟਮ ਕੋਲੈਪਸ ਨਹੀਂ ਕਰੇਗਾ। ਠੀਕ ਹੈ, ਪਰ ਉਸ ਦੇ ਬਾਵਜੂਦ ਜਿਹੜਾ ਸੀਗਾ 19th ਸੈਂਚਰੀ ਦੇ ਵਿੱਚ ਦੋ, मैं इधर साइड से लिखता है, ਹੁਣ 19th ਸੈਂਚਰੀ ਦੇ ਵਿੱਚ ਦੋ ਇਕਨੋਮਿਸਟ ਹੋਏ ਹੈ, ਦੋ ਇਕਨੋਮਿਸਟ ਹੋਏ ਹੈ। ਇੱਕ ਨੂੰ ਅਸੀਂ ਕਹਿੰਦੇ ਹਾਂ ਐਡਮ ਸਮਿਥ, ठीक है, दूसरे ने कहने ऐसी डेविड रिकार्डो, डेविड रिकार्डो। ਹੁਣ ਜਿਹੜਾ ਐਡਮ ਸਮਿਥ ਸੀਗਾ ਉਹਨੇ ਇੱਕ ਕਿਤਾਬ ਲਿਖੀ ਸੀ ਵੈਲਥ ਆਫ ਨੇਸ਼ਨਸ। ਵੈਲਥ ਆਫ ਨੇਸ਼ਨਸ ਦੇ ਵਿੱਚ ਉਹਨੇ ਜਿਹੜਾ ਹੈ ਡੋਮੈਸਟਿਕ ਮਾਰਕੀਟ ਨੂੰ domestic market should be kept free।
मतलब डोमैस्टिक मार्केट ਨੂੰ फ्रीडम देने की गल एडम स्मिथ ने अपनी पुस्तक द वेल्थ ऑफ नेशन दे विच कीती। उस तो बाद डेविड रिकार्डो ने इस विचार को जिहड़ा सी अगे वधाया। वो कहंदा जी इंटरनेशनल जिहड़ी मार्केट है, इंटरनेशनल मार्केट फ्रीडम की गल जिहड़ी है डेविड रिकार्डो ने की। ठीक है जी। हुण तुहानूं सारिआं नूं पता है कि 1929 दे विच अमेरिका दे विच इकोनॉमिक सिस्टम, अगर इकोनॉमिक सिस्टम की गल करी, कोलैप्स कर गया और ग्रेट इकोनॉमिक डिप्रेशन आया। ग्रेट इकोनॉमिक डिप्रेशन आया। मतलब ਜਿਹੜੇ ਵਿਚਾਰਕ ਸੀ ਇਹ ਤਾਂ ਮੰਨਦੇ ਸੀਗੇ ਜਾਂ ਹੋਰ ਵਿਚਾਰਕ ਸੀਗੇ ਉਹ ਤਾਂ ਮੰਨਦੇ ਸੀਗੇ कि इकोनॉमी शुड बी कैप्ट सेल्फ रेगुलेटरी सिस्टम होना चाहिए, गवर्नमेंट का नियंत्रण नहीं होना चाहिए, ओपन मार्केट होनी चाहिए है, खुला व्यापार होना चाहिए, ये सारी व्यवस्था की गल करते सी। और जिहड़ा है और ये भी मानते सी कि इहदे नाल इकोनॉमिक प्रोग्रेस होगी। ठीक है जी। हुण ये जिहड़े दोनों विचार सीगे एडम स्मिथ दा अते डेविड रिकार्डो दा, वो ये दोनों विचार जो कैपिटलिज्म जिहड़ा है स्थापित हो गया सी उस तो बाद दिते इन्होंने, उस तो बाद दिते कैपिटलिज्म ने अपनी रूट्स जिहड़ियां लै रहीआं सी, क्योंकि उस टाइम तक जिहड़ी उद्योगिक क्रांति सीगी यूरोप दे विच आ चुकी सी। सो उद्योगिक क्रांति करके जिहड़ी व्यवस्था सीगी वो बहुत वधिया तरह नाल मतलब ये विचार है। हुण ये सीगा क्लासिकल लिबरलिज्म। ठीक है। हुण जिहड़ा आपां अगे चलदे हैं, हुण वेलफेयर स्टेट पहले की सीगा, पहले की होया अगर आप स्टेजेस देखिए, पहले स्टेजेस देखिए असं पहली स्टेज पहले की होया रेनेसांस, जिन्होंने पुनर्जागृति करनी आप। उस तो बाद की होया, उस तो बाद एज ऑफ मॉडर्निज्म, एज ऑफ मॉडर्निज्म आई। ठीक है जी। ਉਹਦੇ ਕਰਕੇ ਕੀ ਹੋਇਆ, इकोनॉमिक प्रोग्रेस हुई, इकोनॉमिक एंड पॉलिटिकल प्रोग्रेस, पॉलिटिकल एंड साइंटिफिक भी ना। ठीक है जी। हुण जो मॉडर्निज्म आया उस तो बाद आया उहदे विच जिहड़ा है कैपिटलिज्म, इहदे विच इसी ईरा दे विच कैपिटलिज्म आया। ठीक है। हुण फिर कैपिटलिज्म दा रिएक्शन होया, फिर की आया सोशलिज्म। मतलब विच असीं ये गल करनी शुरू कर दी कि जिहड़ी इकोनॉमी है या इकोनॉमिक स्फीयर है वो सेल्फ रेगुलेटरी नहीं होना चाहिए। ठीक है। जो वेलफेयर स्टेट का कंसेप्ट आया, जो डेमोक्रेसी आई उस तो बाद वेलफेयर स्टेट का आया। ये मैं जिहड़ी गल कर रहा सी ये पुलिस स्टेट की गल सी, जिहदे विच स्टेट का काम सिर्फ प्रोटेक्टिव जिहड़े फंक्शंस है वो परफॉर्म करना। ये जिहड़ा सारा कंसेप्ट सीगा इहनूं नेगेटिव लिबर्टी भी कहने आ, नकारात्मक स्वतंत्रता के नाल भी जोड़ते हैं। फिर जिदा जिदा अगे प्रोग्रेस हुई तो पॉजिटिव जिहड़ा है लिबर्टी का कंसेप्ट आया या पॉजिटिव लिबरलिज्म का कंसेप्ट आया, उहदे नाल की होया, उहदे नाल वेलफेयर स्टेट का कंसेप्ट आया। मतलब मैं तुहानूं इत्थे एक बहुत सिंपल जिहे तरीके नाल दस रहा
कि अगर कैपिटलिज्म स्थापित होया उस तो बाद 1929 तो बाद एक होर इकोनॉमिस्ट होया केन्स। केन्स ने ਜਿਹੜਾ ਡੇਵਿਡ ਰਿਕਾਰਡੋ ਤੇ ਐਡਮ ਸਮਿਥ ਨੇ ਵਿਚਾਰ ਦਿੱਤਾ ਸੀਗਾ ਕਿ ਡੋਮੈਸਟਿਕ ਅਤੇ ਇੰਟਰਨੈਸ਼ਨਲ ਮਾਰਕੀਟ ਫ੍ਰੀ ਹੋਣੀ ਚਾਹੀਦੀ ਹੈ, ਉਹਨੂੰ ਨਕਾਰ ਦਿੱਤਾ। केन्स ने पूरी तरह ਜਿਹੜਾ ਸੀਗਾ ਉਸ ਨੂੰ ਜਿਹੜਾ ਸੀਗਾ ਨਕਾਰ ਦਿੱਤਾ ਔਰ ਉਹਨੇ ਕਿਹਾ ਕਿ ਜਿਹੜਾ ਹੈਗਾ ਹੈ ਕੁਝ ਰੈਗੂਲੇਟਰੀ ਸਿਸਟਮ ਹੋਣਾ ਚਾਹੀਦਾ ਹੈ ਜਿਹਦੇ ਨਾਲ ਇੰਟਰਨੈਸ਼ਨਲ ਜਿਹੜਾ ਟ੍ਰੇਡ ਹੈ ਤੇ ਬਿਜ਼ਨਸ ਹੈ ਉਹਨੂੰ ਰੈਗੂਲੇਟ ਕੀਤਾ ਜਾ ਸਕੇ। ਮਤਲਬ ਉਸਨੇ ਜਿਹੜਾ ਹੈ ਗਵਰਨਮੈਂਟ ਦੁਆਰਾ ਰੈਗੂਲੇਸ਼ਨ ਨਾਮ ਦੀ ਜਿਹੜਾ ਸੀਗਾ ਗੱਲ ਕਰਦਾ, ਕਿਉਂਕਿ 1929 ਦੇ ਵਿੱਚ ਇਹ ਸਿਸਟਮ ਸਾਰਾ ਜਿਹੜਾ ਸੀਗਾ ਕੋਲੈਪਸ ਜਿਹੜਾ ਸੀਗਾ ਕਰ ਗਿਆ। ਉਸ ਤੋਂ ਬਾਅਦ ਉਹਨੇ ਜਿਹੜਾ ਸੀਗਾ ਇਹ ਜਿਹੜੀ ਸੀਗੀ ਕੋਸ਼ਿਸ਼ ਜਿਹੜੀ ਸੀਗੀ ਉਹ ਕੀਤੀ। ਠੀਕ ਹੈ, ਹੁਣ ਆਪਾਂ ਆਈਏ ਨਿਊ ਲਿਬਰਲਿਜ਼ਮ। ठीक है जी, ਹੁਣ ਮੈਂ ਤੁਹਾਨੂੰ ਦੱਸਿਆ ਇੱਥੇ ਪਹਿਲੇ ਜਿਹੜਾ ਪੂੰਜੀਵਾਦ ਸਥਾਪਿਤ ਹੋਇਆ ਉਹਦੇ ਰਿਐਕਸ਼ਨ ਦੇ ਵਿੱਚ ਸਮਾਜਵਾਦ ਪੈਦਾ ਹੋਇਆ। ਠੀਕ ਹੈ ਜੀ, ਹੁਣ ਇੱਕ ਵਿਚਾਰ ਹੋਇਆ ਹੀਗਲ। ਹੁਣ ਹੀਗਲ ਨੇ ਇੱਕ ਸਿਧਾਂਤ ਦਿੱਤਾ ਸੀ ਜਾਂ ਹੀਗਲ ਨੇ ਇਹ ਗੱਲ ਕਹੀ ਸੀਗੀ ਥੀਸਿਸ एंटीथेसिस एंड सिंथेसिस ਹੁਣ ਇੱਥੇ ਧਿਆਨ ਨਾਲ ਸਮਝੋ। ਥੀਸਿਸ ਹੋ ਗਿਆ ਕੈਪੀਟਲਿਜ਼ਮ, ਐਂਟੀਥੀਸਿਸ ਹੋ ਗਿਆ ਸੋਸ਼ਲਿਜ਼ਮ। ਮਤਲਬ ਕੈਪੀਟਲਿਜ਼ਮ ਦੇ ਰਿਐਕਸ਼ਨ ਦੇ ਵਿੱਚ ਸੋਸ਼ਲਿਜ਼ਮ ਆਇਆ ਔਰ ਸੋਸ਼ਲਿਜ਼ਮ ਦੇ ਰਿਐਕਸ਼ਨ ਦੇ ਵਿੱਚ ਜਿਹੜਾ ਸੀਗਾ ਇਹਨਾਂ ਦੋਨਾਂ ਨੇ ਕੀ ਕ੍ਰੀਏਟ ਕੀਤਾ। ਫਿਰ ਦੁਬਾਰਾ ਜਿਹੜਾ ਹੈ ਉਹ ਕਹਿੰਦਾ ਕਿ ਇੱਕ ਚੀਜ਼ ਆਂਦੀ ਹੈ ਉਹਦੇ ਰਿਐਕਸ਼ਨ ਦੇ ਵਿੱਚ ਦੂਸਰੀ ਚੀਜ਼ ਆਂਦੀ ਹੈ ਤੇ ਤੀਸਰੀ ਚੀਜ਼ ਪੈਦਾ ਹੁੰਦੀ ਹੈ। ਉਹ ਜਿਹੜੀ ਤੀਸਰੀ ਚੀਜ਼ ਪੈਦਾ ਹੋਈ ਉਹਨੂੰ ਅਸੀਂ ਨਿਊ ਲਿਬਰਲਿਜ਼ਮ ਕਹਿੰਦੇ ਆ। ਇਹਨੂੰ ਕੁਝ ਵਿਚਾਰਕ ਇਹ ਵੀ ਕਹਿੰਦੇ ਆ ਰੀਸਟੇਟਮੈਂਟ ਆਫ क्लासिकल लिबरलिज्म। क्लासिकल लिबरलिज्म, रीस्टेटमेंट ऑफ क्लासिकल लिबरलिज्म। ਹੁਣ ਜਿਹੜਾ ਨਿਊ ਲਿਬਰਲਿਜ਼ਮ ਦੀ ਅਸੀਂ ਜਦੋਂ ਗੱਲ ਕਰਨੀ ਹੈ ਤਾਂ ਨਿਊ ਲਿਬਰਲਿਜ਼ਮ ਦੇ ਵਿੱਚ ਜਿਹੜੀਆਂ ਕੁਝ ਵਿਸ਼ੇਸ਼ਤਾਵਾਂ ਹੈ ਉਹ ਕਲਾਸਿਕਲ ਲਿਬਰਲਿਜ਼ਮ ਵਾਲੀਆਂ, ਜਿੱਦਾਂ ਓਪਨ ਕੰਪੀਟੀਸ਼ਨ ਦੀ ਗੱਲ ਕਰੀਏ, ਅਨਰੈਗੂਲੇਟਰੀ ਇਕਨੋਮਿਕ ਸਿਸਟਮ ਦੀ ਗੱਲ ਕਰੀਏ, ਫਿਰ ਓਪਨ ਮਾਰਕੀਟ ਦੀ ਗੱਲ ਕਰੀਏ, ਫਿਰ ਜਿਹੜਾ ਹੈਗਾ ਹੈ ਓਪਨ ਕੰਪੀਟੀਸ਼ਨ ਦੀ ਗੱਲ ਕਰੀਏ, ਠੀਕ ਹੈ ਜੀ, ਫ੍ਰੀ ਟ੍ਰੇਡ ਦੀ ਗੱਲ ਕਰੀਏ। ਇਹ ਸਾਰੀਆਂ ਫੀਚਰਸ ਜਿਹੜੀਆਂ ਹੈ ਲਿਬਰਲਿਜ਼ਮ ਦੀਆਂ ਵੀ ਬਣਦੀਆਂ, ਨਿਊ ਲਿਬਰਲਿਜ਼ਮ ਦੀਆਂ ਬਣਦੀਆਂ, ਕਿਉਂਕਿ ਜਿਹੜੀ ਹੈ ਸਟੇਟਮੈਂਟ मतलब कहना मतलब है कैपिटलिज्म की रिएक्शन से सोशलिज्म आया, सोशलिज्म फेल हो गया। सोशलिज्म दे विच की सीगा पब्लिक सैक्टर जिहड़ा सीगा पब्लिक सैक्टर दे उत्ते एम्फेसिस ऑन पब्लिक सैक्टर ते एम्फेसिस दिता गया, मतलब गवर्नमेंट कंट्रोल की गल की गई सी, क्योंकि वेलफेयर स्टेट का कंसेप्ट आ गया सी। इस करके जिहड़ा है स्टेट ਹੁਣ ਇਹੋ ਜਿਹੀ ਏਜੰਸੀ ਬਣ ਚੁੱਕੀ ਸੀ ਜਿਹਦੇ ਵਿੱਚ ਉਹਨੂੰ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਸੀ, ਹਰ ਤਰ੍ਹਾਂ ਦਾ ਜਿਹੜਾ ਹੈ ਉਹ ਕੰਮ ਕਰਨ ਦੇ ਫੇਵਰ ਦੇ ਵਿੱਚ ਜਿਹੜਾ ਸਟੇਟ ਸੀਗੀ, ਔਰ ਜਿਹੜੀ ਇਕਨੋਮੀ ਸੀਗੀ ਉਹ ਸੈਲਫ ਰੈਗੂਲੇਟਰੀ ਹੋ ਗਈ। ਫਿਰ ਉਹਦੀ ਵੀ ਤਾਂ ਪ੍ਰਤੀਕਿਰਿਆ ਹੋਣੀ ਸੀ ਨਾ। ਇਹ ਜਿਹੜੀ ਪ੍ਰਤੀਕਿਰਿਆ ਹੋਈ 1970 ਅਤੇ 80 ਦੇ ਦਸ਼ਕ ਦੇ ਵਿੱਚ ਇਹਨੇ ਨਵ ਉਦਾਰਵਾਦ ਨੂੰ ਜਿਹੜਾ ਸੀਗਾ ਜਨਮ ਦਿੱਤਾ। ਸੋ ਇਹਦਾ ਇਤਿਹਾਸ ਸੀਗਾ ਥੋੜਾ ਜਿਹਾ ਕਿ ਨਵ ਉਦਾਰਵਾਦ ਦਾ ਜਿਹੜਾ ਹੈ ਉਹ ਅੰਤਰਰਾਸ਼ਟਰੀ ਪੱਧਰ ਉੱਤੇ ਕਿੱਦਾਂ ਹੋਇਆ। ਫਿਰ 1980 ਦੇ ਵਿੱਚ ਯੂਕੇ ਦੀ ਪ੍ਰਧਾਨ ਮੰਤਰੀ ਸੀ ਮਾਰਗਰੇਟ ਥੈਚਰ, ਠੀਕ ਹੈ, ਤੇ ਅਮਰੀਕਾ ਦਾ ਰਾਸ਼ਟਰਪਤੀ ਸੀਗਾ ਰੋਨਾਲਡ ਰੇਗਨ। ਠੀਕ ਹੈ, ਇਹ ਜਿਹੜੇ ਦੋਨੋਂ ਇਹਨਾਂ ਨੂੰ ਕਹਿ ਲਓ ਬੁੱਧੀਜੀਵੀ ਸੀਗੇ ਜਾਂ ਦੋਨੋਂ ਜਿਹੜੇ ਰਾਜਨੇਤਾ ਸੀਗੇ, ਇਹਨਾਂ ਨੇ
इन्हां दी जिहड़ियां नीतियां सीगीआं इकनॉमिक लिबरलाइजेशन दी, ठीक है जी, मार्केट्स ਨੂੰ ओपन करन दी, ओपन अर्थव्यवस्था ਦਾ फेवर करन दी, ठीक है, ਉਹਦੇ करके भी कुछ विचारक मानते हैं कि ਜਿਹੜਾ है ये पैसा ਇਹਨਾਂ ਨੂੰ ਉਦਾਹਰਨ ਜਿਹੜਾ ਸੀਗਾ ਉਹ ਸਾਨੂੰ ਦੇਖਣ ਨੂੰ ਮਿਲਿਆ ਹੈ। ठीक है जी, हम अभी ਅਸੀਂ ਜਿਹੜਾ ਹੈ ਚੱਲਦੇ ਹਾਂ। ਹੁਣ ਇਹਦਾ मीनिंग देख ਲੈਂਦੇ ਹਾਂ। मैं अगली स्लाइड ਜਿਹੜੀ ਆ मैं अगली स्लाइड ਤੇ ਚੱਲਦਾ ਹਾਂ। अगली स्लाइड ਹੁਣ पहले ਇਹਦੀ ਅਸੀਂ परिभाषा ਜਿਹੜੀ ਆ ਉਹ देख ਲੈਂਦੇ ਹਾਂ। ਹੁਣ न्यू लिबरलिज्म है कि ਇਹ ਤੁਸੀਂ ਭਾਵੇਂ ਲਿਖਣਾ ਹੈ ਤਾਂ ਲਿਖ ਵੀ ਸਕਦੇ ਹੋ। लिखो जी, न्यू लिबरलिज्म इज अ पॉलिसी मॉडल। न्यू लिबरलिज्म इज अ पॉलिसी मॉडल that seeks to transfer control of economic factors to private sector, economic factors from public sector to private sector, from public sector to private sector. It lays emphasis upon आगे स्लाइड ਦੇ ਵਿੱਚ ਲਿਖਿਆ ਹੋਇਆ ਹੈ making trade between nations, easier. It is about free movement of goods, resources and enterprises to maximize profits and efficiency. ਹੁਣ ਅਗਲੀ ਸਲਾਈਡ ਤੇ ਆਪਾਂ ਆ ਰਹੇ ਹੈਗੇ ਹਾਂ। ठीक है जी, उस तो बाद अगे तुसी लिखो in other sense न्यू लिबरलिज्म is a movement in which capitalism has its defined roots. It negates the concept of government regulation on economy and public ownership. In simple words, आसान शब्दां विच ਅਸੀਂ ਕਹਿ ਸਕਦੇ ਹਾਂ
ਅਸੀਂ ਕਹਿ ਸਕਦੇ ਹਾਂ कि नव उदारवाद परंपरावादी उदारवाद दे विचों एक नवी उपज सी इसका केंद्र इस गल के इर्द गिर्द घूमता है। नहीं इधर देखो, इसका केंद्रीय बिंदु इस गल के इर्द गिर्द घूमता है कि वही अर्थव्यवस्था चंगी है, उथे वही अर्थव्यवस्था चंगी है जिहड़ी अर्थव्यवस्था उत्ते सरकारी नियंत्रण नहीं हुंदा, जिहड़ी अर्थव्यवस्था उत्ते सरकारी नियंत्रण नहीं हुंदा। ये सिद्धांत नीतिगत परिवर्तन के रूप में इस सिद्धांत नूं नीतिगत परिवर्तन के रूप में भी वेख्या जाता है, जिस विच व्यक्ति नूं आर्थिक खेतर विच उपभोगी मन्निया जाता है, आर्थिक खेतर विच उपभोगी मन्निया जाता है अते इस व्यवस्था विच दूसरे देशों के नाल व्यापार करन ते किसी भी तरह की रोक टोक नहीं होंगी, किसी भी तरह की रोक टोक नहीं होंगी। ठीक है, रोक टोक नहीं होंगी। इस विच साजो समान अते आर्थिक स्रोतां नूं बड़ी आसानी दे नाल एक देश तो दूजे देश विच पहुंचाया जाता है। इस विच खुला कंपीटिशन हुंदा है अते नव उदारवाद ने सारिया अर्थव्यवस्थावां नूं विश्वीकरण के बंधन दे विच बन दिता है, हुण इहदे दो जिहड़े सेंटर पॉइंट्स है, एक तां है इहदे विच जिहड़ियां दो गल्लां बहुत इंपॉर्टेंट है, लिख लो। नव उदारवाद नूं लैके दो महत्वपूर्ण गल्लां। नव उदारवाद की नीति, ये सारे तुहानूं वर्ड्स जिहड़े है इंग्लिश दे विच लिखने पैणे हैं क्योंकि इन्हां दी पंजाबी जिहड़ी है सौखी नहीं है। फिजिकल एश्योरिटी, deregulation of privatization, reduction in government spending इस दे मुख्य केंद्र बिंदु हैं। दूसरा पॉइंट इहदे विच हैगा इस नीति दा संचालन सानू मार्गरेट थैचर ब्रैकेट जिसनू थैचरिज्म कहा जाता है,
ਅਤੇ ਰੋਨਾਲਡ ਰੀਗਨ, ਜਿਸ ਨੂੰ ਰੀਗਨਿਜ਼ਮ ਕਿਹਾ ਜਾਂਦਾ ਹੈ, ਨੇ ਆਪਣੇ ਦੇਸ਼ਾਂ ਦੇ ਵਿੱਚ अपनाई गई नीतियां द्वारा, अपने द्वारा बनाई गई नीतियां द्वारा इसनूं स्थापित किया है, इसनूं स्थापित किया है। ठीक है जी। ਹੁਣ इस टॉपिक ਨੂੰ ਅਸੀਂ ਥੋੜਾ ਜਿਹਾ ਅੱਗੇ ਵਧਾਵਾਂਗੇ। ਹੁਣ ਇਹਦੀਆਂ ਵਿਸ਼ੇਸ਼ਤਾਵਾਂ ਕੀ ਹੈ? ਹੁਣ ਇਹਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਵਿੱਚ ਅਸੀਂ ਅਗਰ ਗੱਲ ਕਰ ਲਈਏ ਤਾਂ ਡੀਰੈਗੂਲੇਸ਼ਨ ਆਫ ਪਬਲਿਕ ਸੈਕਟਰ, मतलब ਪਬਲਿਕ ਸੈਕਟਰ ਨੂੰ ਜਿਹੜਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਬਦਲਣਾ, मतलब ਜ਼ਿਆਦਾ ਜਿਹੜਾ ਕੰਮ ਹੈ ਪ੍ਰਾਈਵੇਟ ਸੈਕਟਰ ਨੂੰ ਦੇਣਾ। ਹੁਣ ਤੁਸੀਂ ਭਾਰਤ ਦੇ ਵਿੱਚ ਦੇਖ ਲਓ ਜਾਂ ਹੋਰ ਦੇਸ਼ਾਂ ਦੇ ਵਿੱਚ ਦੇਖ ਲਓ ਤੇ ਸਾਰੇ ਜਿਹੜੇ ਦੇਸ਼ ਹੈ ਉਹ ਜਿਹੜਾ ਨਵ ਉਦਾਰਵਾਦ ਦੇ ਵਿੱਚ ਨੀਤੀ ਹੈ ਉਹਨੂੰ ਅਪਣਾ ਰਿਹਾ ਜਾਂ ਉਹਨੂੰ ਲਾਗੂ ਕਰ ਰਿਹਾ। ਹੁਣ ਭਾਰਤ ਨੇ ਫॉर एग्जांपल अगर ਭਾਰਤ ਦੀ ਗੱਲ ਕਰੀਏ, ਭਾਰਤ ਨੇ ਡਿਫੈਂਸ ਸੈਕਟਰ ਦੇ ਵਿੱਚ ਪ੍ਰਾਈਵੇਟ ਜਿਹੜਾ ਸੈਕਟਰ ਨੂੰ ਡਿਵਾਈਡ ਕੀਤਾ, ਇੰਸ਼ੋਰੈਂਸ ਸੈਕਟਰ ਫੁੱਲੀ ਜਿਹੜਾ ਪ੍ਰਾਈਵੇਟ ਕਰਤਾ ਭਾਰਤ ਨੇ, 100% ਜਿਹੜੀ ਇਨਵੈਸਟਮੈਂਟ ਕਰ ਦਿੱਤੀ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਹੈ मतलब कि ਇਹਦੇ ਵਿੱਚ ਜਿਹੜੀ ਪਹਿਲੀ ਜਿਹੜੀ ਵਿਸ਼ੇਸ਼ਤਾ ਬਣਦੀ ਹੈ ਉਹ ਬਣਦੀ ਹੈ ਫ੍ਰੀ ਮਾਰਕੀਟ ਲਿਬਰਲਾਈਜੇਸ਼ਨ। ਫ੍ਰੀ ਮਾਰਕੀਟ ਲਿਬਰਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਾਰੇ ਜਿਹੜੇ ਦੇਸ਼ ਸੀਗੇ ਵਿਸ਼ਵ ਦੇ ਵਿੱਚ ਉਹਨਾਂ ਨੇ ਆਪਣੀਆਂ ਅਰਥ ਵਿਵਸਥਾਵਾਂ ਨੂੰ ਬਾਹਰਲੀਆਂ ਕੰਪਨੀਆਂ ਵਾਸਤੇ ਖੋਲ ਦਿੱਤਾ, ਉਦਾਰ ਕਰਤਾ। ਜਿੱਦਾਂ ਭਾਰਤ ਦੇ ਵਿੱਚ 1990 ਤੋਂ 1991 ਤੋਂ ਪਹਿਲਾਂ ਕੀ ਸੀਗਾ, ਭਾਰਤ ਨੇ 1991 ਦੇ ਵਿੱਚ ਜਿਹੜਾ ਸੀਗਾ ਇਕਨੋਮਿਕ ਰਿਫਾਰਮਸ ਜਿਹੜੇ ਸੀਗੇ ਇੰਟਰੋਡਿਊਸ ਕੀਤੇ ਸੀ, ਇਕਨੋਮਿਕ ਜਿਹੜੇ ਰਿਫਾਰਮ ਸੀਗੇ ਉਹ ਲਾਗੂ ਕੀਤੇ ਸੀ। ਠੀਕ ਹੈ ਜੀ। ਸੋ ਇਕਨੋਮਿਕ ਰਿਫਾਰਮਸ ਲਾਗੂ ਕੀਤੇ ਕਿਉਂਕਿ ਉਸ ਵੇਲੇ ਭਾਰਤ ਦੀ ਅਰਥ ਵਿਵਸਥਾ ਬਹੁਤ ਖਰਾਬ ਸੀ। ਭਾਰਤ ਦਾ ਜਿਹੜਾ ਸੋਨਾ ਸੀਗਾ, ਭਾਰਤ ਦਾ ਜਿਹੜਾ ਸੋਨਾ ਸੀਗਾ ਉਹ ਉਹਨੂੰ ਵੇਚਣ ਦੀ ਜਿਹੜੀ ਹੈ ਨੌਬਤ ਆ ਗਈ ਸੀ। ਸੋ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਤੇ ਉਸ ਵੇਲੇ ਦੇ ਜਿਹੜੇ ਵਿੱਤ ਮੰਤਰੀ ਸੀਗੇ ਡਾਕਟਰ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਦੀ ਨੀਤੀ ਅਪਣਾਈ, ਜਿਹਦੇ ਵਿੱਚ ਜਿਹੜਾ ਹੈ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਜੋ ਹੈ ਉਹਦੀ ਗੱਲ ਜਿਹੜੀ ਹੈ ਕੀਤੀ ਗਈ, ਓਪਨ ਕੰਪੀਟੀਸ਼ਨ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕਲਾਸੀਕਲ ਲਿਬਰਲਿਜ਼ਮ ਦੀ ਗੱਲ ਕਰਦੇ ਹਾਂ ਆਰਥਿਕ ਖੇਤਰ ਦੇ ਵਿੱਚ, ਉਸ ਟਾਈਮ ਤੇ ਇੱਕ ਵਿਚਾਰਧਾਰਾ ਕਹਿ ਲਓ ਜਾਂ ਨੀਤੀ ਪਰਸਪੈਕਟਿਵ ਕਹਿ ਲਓ, ਲਾਜ਼ੇ ਫੇਅਰ ਹੁੰਦਾ ਸੀ। ਲਾਜ਼ੇ ਫੇਅਰ ਦਾ ਮਤਲਬ ਸੀਗਾ ਕਿ ਇਕਨੋਮੀ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਖੁੱਲਾ ਛੱਡ ਦਿਓ, ਉਹਦੇ ਉੱਤੇ ਉਹਦੇ ਇਕਨੋਮਿਕ ਸਫੀਅਰ ਦੇ ਵਿੱਚ ਸਟੇਟ ਦਾ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੰਟਰੋਲ ਨਹੀਂ ਹੋਊਗਾ। ਜਿਹੜੀ ਇਕਨੋਮੀ ਹੋਊਗੀ ਉਹ ਸੈਲਫ ਰੈਗੂਲੇਟਰੀ ਹੋਊਗੀ। ਸੋ ਉਹ ਵਿਵਸਥਾ ਨੂੰ ਅਸੀਂ ਜਿਹੜਾ ਹੈ ਲਾਜ਼ੇ ਫੇਅਰ ਕਹਿੰਦੇ ਸੀ। ਸੋ ਜਿਹੜੇ ਲਾਜ਼ੇ ਫੇਅਰ ਸਿਸਟਮ ਦੇ ਵਿੱਚ ਜਿਹੜੀਆਂ ਵਿਸ਼ੇਸ਼ਤਾਵਾਂ ਸੀਗੀਆਂ ਉਹ ਉਦਾਰਵਾਦੀ, ਨਵ ਉਦਾਰਵਾਦੀ ਵਿਚਾਰਕਾਂ ਦੁਆਰਾ ਉਹਨਾਂ ਨੂੰ ਜਿਹੜਾ ਸੀਗਾ ਅਪਣਾਇਆ ਗਿਆ, ਉਹਨਾਂ ਨੂੰ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਰੱਖਿਆ ਗਿਆ। ਫਿਰ ਓਪਨ ਕੰਪੀਟੀਸ਼ਨ ਦਾ ਸਮਰਥਨ ਕੀਤਾ। ਓਪਨ ਕੰਪੀਟੀਸ਼ਨ ਦਾ ਮਤਲਬ ਹੈ, ਤੁਸੀਂ ਦੇਖਿਆ ਹੋਣਾ ਹੈ ਕਿ ਭਾਰਤ ਦੇ ਵਿੱਚ ਜਾਂ ਆਪਾਂ ਚੀਨ ਦੀ ਗੱਲ ਕਰ ਲਈਏ, ਉਹ ਮੈਕਸਿਮਮ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੈ ਉਹ मतलब कि बाहरलियां कंपनियां और साडे देश ਦੀਆਂ ਕੰਪਨੀਆਂ ਕਿਤੇ ਵੀ ਜਾ ਕੇ ਅੰਤਰਰਾਸ਼ਟਰੀ ਜਿਹੜਾ ਹੈ ਟ੍ਰੇਡ ਕਰ ਸਕਦੀਆਂ, मतलब ਅੰਤਰਰਾਸ਼ਟਰੀ ਜਿਹੜਾ ਵਪਾਰ ਕਰ ਸਕਦੀਆਂ। मतलब ਹੁਣ ਜਿੱਦਾਂ ਫॉर एग्जांपल ਵੀਡੀਓਕਾਨ ਜਿਹੜੀ ਹੈ ਪਹਿਲੀ ਇੰਡੀਆ ਦੀ ਮਲਟੀਨੈਸ਼ਨਲ ਕੰਪਨੀ ਬਣੀ ਸੀ ਜਿਹਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਵਪਾਰ ਕੀਤਾ ਸੀ ਓਪਨ ਟ੍ਰੇਡ ਜਿਹੜਾ ਹੈ ਸਿਸਟਮ ਦੇ ਅਧੀਨ। ਠੀਕ ਹੈ ਜੀ। ਸੋ ਇਹਦੇ ਵਿੱਚ ਓਪਨ ਟ੍ਰੇਡ ਸਿਸਟਮ ਜਿਹੜਾ ਹੈ ਉਹਦੀ ਜਿਹੜੀ ਹੈ ਗੱਲ ਕੀਤੀ ਜਾਂਦੀ ਹੈ। ਫਿਰ
ਜਿਹੜਾ ਹੈ ਹਰ ਚੀਜ਼ ਨੂੰ ਪ੍ਰਾਈਵੇਟ ਕੀਤਾ ਜਾਂਦਾ ਹੈ ਜਾਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਪ੍ਰਾਈਵੇਟ ਸੈਕਟਰ ਜਿਹੜਾ ਹੈ ਗਵਰਨਮੈਂਟ ਸੈਕਟਰ ਨਾਲੋਂ ਜ਼ਿਆਦਾ ਜਿਹੜਾ ਹੈ ਪ੍ਰੋਫਿਟ ਸ਼ੋ ਕਰਦਾ। ਸੋ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਪ੍ਰਾਈਵੇਟ ਸੈਕਟਰ ਦਾ, ਉਹ ਪ੍ਰੋਫਿਟ ਓਰੀਐਂਟਡ ਹੁੰਦਾ ਹੈ। ਠੀਕ ਹੈ, ਹੁਣ ਤੁਸੀਂ ਦੇਖ ਲਓ ਜਿਹੜੀ ਮੌਜੂਦਾ ਸਰਕਾਰ ਹੈ ਇਹਦੇ ਉੱਤੇ ਵੀ ਕਈ ਤਰ੍ਹਾਂ ਦੇ ਜਿਹੜਾ ਹੈ ਦੋਸ਼ ਲੱਗ ਰਹੇ ਹੈ। ਕਈ ਤਰ੍ਹਾਂ ਦੇ ਦੋਸ਼ ਇਸ ਤਰ੍ਹਾਂ ਲੱਗ ਰਹੇ ਹੈ ਕਿ ਜਿਹੜੀ ਇਹ ਸਰਕਾਰ ਹੈ ਇਹਨੇ ਇਹ ਪੂਰਾ ਦੇਸ਼ ਜਿਹੜਾ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਜਿਹੜਾ ਹੈ ਰੱਖ ਦਿੱਤਾ ਹੈ, ਮਤਲਬ ਸਾਰਾ ਕੁਝ ਵੇਚ ਰਹੇ ਹੈ। ਮਤਲਬ ਜਿਹੜੀਆਂ ਪਬਲਿਕ ਐਂਟਰਪ੍ਰਾਈਜ਼ਸ ਹੈ ਜਿਹੜੀ ਮੰਦੀ 'ਚ ਚੱਲ ਰਹੀਆਂ ਹੈ ਉਹਨੂੰ ਪ੍ਰਾਈਵੇਟ ਕਰ ਰਹੇ ਜਾਂ ਉਹਨੂੰ ਖਤਮ ਕਰ ਰਹੇ ਜਾਂ ਉਹਨੂੰ ਕਿਸੇ ਨੂੰ ਵੇਚ ਰਹੇ। ਸੋ ਜਿਹੜਾ ਹੈ ਪ੍ਰਾਈਵੇਟਾਈਜੇਸ਼ਨ ਜਿਹੜਾ ਨਿਊ ਲਿਬਰਲਿਜ਼ਮ ਹੈ ਉਹਦੀ ਇੱਕ ਪ੍ਰਮੁੱਖ ਜਿਹੜੀ ਹੈ ਵਿਸ਼ੇਸ਼ਤਾ ਜਿਹੜੀ ਹੈ। ਅਗਲੀ ਜਿਹੜੀ ਆਪਾਂ ਗੱਲ ਕਰੀਏ ਉਹਦੇ ਵਿੱਚ ਹੈਗਾ emphasis upon एंटरप्रेन्योरशिप। एंटरप्रेन्योर किहनूं कहते हैं? जिहड़ा व्यक्ति बिजनेस करता है, जिहड़ा व्यक्ति जिहड़ा है ट्रेड करता है उन्होंने आपां एंटरप्रेन्योर कहते हैं। भावें एंटरप्रेन्योर जिहड़ा है वो छोटा भी हो सकता है, वो वड्डा भी हो सकता है, वो मंझला भी हो सकता है, मीडियम भी हो सकता है, उस हर तरह का जिहड़ा है एंटरप्रेन्योर जिहड़ा है हो सकता है। सो ਇਹਦੇ ਵਿੱਚ ਜਿਹੜਾ ਹੈ ਐਂਟਰਪ੍ਰੇਨਰਸ਼ਿਪ ਜਾਂ ਬਿਜ਼ਨਸ ਕਰਨ ਦੀ ਜਿਹੜੀ ਲਲਕ ਹੈ ਉਹਨੂੰ ਜਿਹੜਾ ਹੈ ਉਜਾਗਰ ਜਿਹੜਾ ਹੈਗਾ ਕੀਤਾ ਜਾਂਦਾ। ਅਗਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜਿਹੜਾ ਨਾਗਰਿਕ ਸੀਗਾ ਕਿਸੇ ਵੀ ਦੇਸ਼ ਦਾ ਉਹ ਹੁਣ ਇੱਕ ਉਪਭੋਗਤਾ ਬਣ ਚੁੱਕਾ ਸੀ, ਉਪਭੋਗੀ ਵੀ ਬਣ ਚੁੱਕਾ ਸੀ, मतलब कि सैलर और बायर बन चुका सी। मतलब कि हुण इहदे विच की है, इहदे विच फ्री मतलब है तुसीं अपनी चीज़ बेच सकते हो किते भी जाके, तुसीं अपनी चीज़ किसी भी देश दे विच जाके जिहड़ा हैगा बेच सकते हो, किसी भी चीज़ दे विच जिहड़ा है ओहदा निर्धारण जिहड़ा हैगा कर सकते हो। ठीक है, प्राइस अपनी जिहड़ी है रख सकते हो। ठीक है, अगर असीं हुण सेंट्रल गवर्नमेंट ने इंडियन जिहड़ी सेंट्रल गवर्नमेंट सीगी ਉਹਨੇ ਭਾਰਤ ਦੇ ਵਿੱਚ ਤੇ ਰਿਫਾਰਮ ਲਾਜ਼ ਜਿਹੜੇ ਹੈ ਇੰਟਰੋਡਿਊਸ ਕੀਤੇ। ਫਾਰਮਿੰਗ ਸੈਕਟਰ ਦੇ ਵਿੱਚ ਰਿਫਾਰਮ ਦੀ ਗੱਲ ਜਿਹੜੀ ਹੋ ਰਹੀ ਹੈ, ਜਿਹੜਾ ਮਿਡਲਮੈਨ ਹੈ ਉਹਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ, ਔਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈ ਉਹਨਾਂ ਨੂੰ ਐਗਰੀਕਲਚਰ ਦੇ ਵਿੱਚ ਜਿਹੜਾ ਹੈ ਵਾੜਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ। ਪਰ ਇਹਦਾ ਜਿਹੜਾ ਹੈਗਾ ਭਾਰਤ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜੇ ਲੋਕ ਜਿਹੜੇ ਹੈ ਇਸ ਵਿਚਾਰਧਾਰਾ ਦੇ ਨਹੀਂ ਹੈਗੇ ਜਾਂ ਨਾਮਦਾਰਵਾਦੀ ਵਿਚਾਰਧਾਰਾ ਦੇ ਨਹੀਂ ਹੈਗੇ ਉਹ ਇਸ ਚੀਜ਼ ਦੀ ਨਿੰਦਾ ਕਰ ਰਹੇ। ਸੋ ਡਾਇਰੈਕਟ ਟ੍ਰਾਂਸਫਰ ਦੀ ਇਹਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ, ਕਿਸਾਨ ਆਪਣੇ ਘਰ ਦੇ ਵਿੱਚ ਹੀ ਮੰਡੀ ਬਣਾ ਸਕਦਾ ਹੈ ਉਹਦੀ ਗੱਲ ਹੋ ਰਹੀ ਹੈ। ਸੋ ਇਹਨਾਂ ਚੀਜ਼ਾਂ ਦੀ ਗੱਲ ਹੋ ਰਹੀ ਹੈ। ਮੇਰਾ ਜੋ ਆਪਣਾ ਪਰਸਨਲ ਵਿਊ ਪੁਆਇੰਟ ਹੈ ਕਿ ਨਾ ਸਾਨੂੰ ਆਪਣੀ ਇਕਨੋਮੀ ਨੂੰ ਜ਼ਿਆਦਾ ਜਿਹੜਾ ਹੈਗਾ ਐਕਸਪੋਜ਼ ਕਰਨਾ ਚਾਹੀਦਾ ਟੂ ਵਰਡਸ ਜਿਹੜਾ ਨਿਊ ਲਿਬਰਲ ਪਾਲਿਸੀਜ਼। ਜਿਹੜੀਆਂ ਨਿਊ ਲਿਬਰਲ ਪਾਲਿਸੀਜ਼ ਹੈ ਉਹਦੇ ਵੱਲ ਜਿਹੜਾ ਸਾਡੀ ਸਰਕਾਰ ਦਾ ਘੱਟ ਝੁਕਾਅ ਹੋਣਾ ਚਾਹੀਦਾ ਜਾਂ ਇੱਕ ਬੈਲੈਂਸਡ ਅਪਰੋਚ ਲੈਣੀ ਚਾਹੀਦੀ ਹੈ ਜਿਹਦੇ ਵਿੱਚ ਜਿਹੜਾ ਪਬਲਿਕ ਸੈਕਟਰ ਹੈਗਾ ਉਹਨੂੰ ਇੱਕ ਪ੍ਰੋਫਿਟਿੰਗ ਜਿਹੜੀ ਹੈ ਏਜੰਸੀ ਜਿਹੜਾ ਹੈਗਾ ਬਣਾਉਣਾ ਚਾਹੀਦਾ। ਸੋ मतलब कि ना ज़्यादा कैपिटलिज्म ना ज़्यादा सोशलिज्म, एक मिडल पाथ ਜਿਹੜਾ ਹੈ ਲੈਣਾ ਚਾਹੀਦਾ। ਸ਼ੁਰੂ ਤੋਂ ਜਿਹੜਾ ਪੰਡਿਤ ਨਹਿਰੂ ਨੇ ਜਿਹੜਾ ਦਿਖਾਇਆ ਸੀਗਾ, ਜਿਹੜਾ ਭਾਰਤੀ ਸੋਸ਼ਲਿਜ਼ਮ ਦਾ ਜਿਹੜਾ ਕਨਸੈਪਟ ਹੈ ਉਹਨੂੰ ਲੈਣਾ ਚਾਹੀਦਾ ਕਿ अर्थ व्यवस्था ਦੇ ਵਿੱਚੋਂ ਜਿਹੜਾ ਵੀ ਪ੍ਰੋਫਿਟ ਹੋ ਰਿਹਾ ਸਾਨੂੰ ਜਾਂ अर्थ व्यवस्था ਦੇ ਵਿੱਚ ਜਿਹੜੀ ਵੀ ਵਿਵਸਥਾ ਸਾਡੇ ਸਾਹਮਣੇ ਆ ਰਹੀ ਹੈ ਉਹ ਵਿਵਸਥਾ ਦੇ ਵਿੱਚ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਸ ਚੀਜ਼ ਨੂੰ ਜਿਹੜਾ ਹੈ ਉਹ ਸ਼ੋਅ ਕਰਨਾ ਚਾਹੀਦਾ। फ्री सर्कुलेशन कैपिटल, ਇਹਦੇ कैपिटल ਦਾ ਮਤਲਬ ਹੁੰਦਾ ਪੈਸਾ, ਲਿਕੁਇਡਿਟੀ। मतलब कि इस व्यवस्था ਦੇ ਵਿੱਚ ਜਿਹੜਾ ਹੈ ਲਿਕੁਇਡਿਟੀ ਹੁੰਦੀ ਹੈ ਜਾਂ ਪੈਸਾ ਹੁੰਦਾ ਹੈ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਫ੍ਰੀਲੀ ਜਿਹੜਾ ਹੈਗਾ ਟ੍ਰਾਂਸਫਰ ਕਰਦਾ। ਇਹ ਕੁਝ ਇਹਦੀਆਂ ਵਿਸ਼ੇਸ਼ਤਾਵਾਂ ਸੀ ਜਿਹੜੀਆਂ ਕਿ ਆਪਾਂ ਡਿਸਕਸ ਕਰ ਲਈ। ਹੁਣ ਅਸੀਂ ਅੱਗੇ ਜਿਹੜੀ ਗੱਲ ਕਰਾਂਗੇ ਕਿ ਇਹਦਾ ਪੋਜ਼ਿਟਿਵ ਇੰਪੈਕਟ ਕੀ ਪਿਆ। ਠੀਕ ਹੈ, ਇਹਦੇ ਵਿਸ਼ਵ ਦੀਆਂ ਅਰਥ ਵਿਵਸਥਾਵਾਂ ਉੱਤੇ ਜਿਹੜਾ ਸੀਗਾ ਸਕਾਰਾਤਮਕ ਜਿਹੜਾ ਇਹਦਾ ਪੱਖ ਕੀ ਹੈ ਜਾਂ ਨਕਾਰਾਤਮਕ ਪੱਖ ਕੀ ਹੈ, ਉਸ ਤੋਂ ਬਾਅਦ ਆਪਣਾ ਇਹ ਟੌਪਿਕ ਜਿਹੜਾ ਹੈ ਉਹ ਆਪਣੇ ਜਿਹੜਾ ਅੰਜਾਮ ਤੱਕ ਜਾਂ ਆਪਣੇ ਕਨਕਲੂਜਨ ਤੱਕ ਜਿਹੜਾ ਪਹੁੰਚੂ।
ਉਹਦੇ ਵਿੱਚ ਪੋਜ਼ਿਟਿਵ ਇੰਪੈਕਟ ਦੇ ਵਿੱਚ ਆਪਾਂ ਜਿਹੜੀ ਪੇਟੈਂਟ ਰਾਈਟ ਆ ਗਿਆ, ਮਤਲਬ ਕਿ ਜਿਹੜੀ ਚੀਜ਼ ਤੁਸੀਂ ਬਣਾਈ ਹੈ ਉਹਨੂੰ ਤੁਸੀਂ ਰਜਿਸਟਰ ਕਰਾ ਸਕਦੇ ਹੋ, ਇਹਨੂੰ ਆਪਾਂ ਕਹਿੰਦੇ ਪੇਟੈਂਟ। ਜਿੱਦਾਂ ਤੁਹਾਨੂੰ ਪਤਾ ਹੈ ਕਿ ਕੁਝ ਸਾਲ ਪਹਿਲਾਂ ਜਿਹੜਾ ਹੈ ਹਲਦੀ ਉੱਤੇ ਜਿਹੜੀ ਅਮਰੀਕਨ ਕੋਈ ਕੰਪਨੀ ਹੈ ਜਿਹੜੀ ਆ ਉਹਨੇ ਪੇਟੈਂਟ ਕਰਾ ਲਿਆ ਸੀਗਾ, ਠੀਕ ਹੈ। ਇਹਦੇ ਕਰਕੇ ਜਿਹੜੇ ਦੇਸ਼ਾਂ ਦੇ ਜਿਹੜੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਹੁੰਦੇ ਆ ਉਹਦੇ ਵਿੱਚ ਜਿਹੜਾ ਇਹ ਕੇਸ ਜਿਹੜਾ ਭਾਰਤ ਨੇ ਕਾਫੀ ਦੇਰ ਲੜਿਆ ਕਿ ਜਿਹੜੀ ਹਲਦੀ ਹੈ ਉਹਦੇ ਭਾਰਤ ਦੇ ਵਿੱਚੋਂ ਭਾਰਤ ਦੀ ਆਈਟਮ ਹੈ, ਤੇ ਅਮਰੀਕਾ ਵਾਲੇ ਤੁਸੀਂ ਕਿੱਦਾਂ ਪੇਟੈਂਟ ਜਿਹੜਾ ਹੈ ਕਰਾ ਸਕਦੇ। ਸੋ ਅਲਟੀਮੇਟਲੀ ਭਾਰਤ ਨੇ ਜਿਹੜਾ ਇਹ ਕੇਸ ਜਿਹੜਾ ਹੈਗਾ ਉਹ ਜਿੱਤਿਆ ਸੀਗਾ। ਫਿਰ ਟ੍ਰੇਡਮਾਰਕ ਦੀ ਗੱਲ ਹੁੰਦੀ ਹੈ, ਤੇ ਕਾਪੀਰਾਈਟ ਦੀ ਗੱਲ ਹੁੰਦੀ ਹੈ, ਠੀਕ ਹੈ। ਇਹ ਜਿਹੜੀਆਂ ਸਾਰੀਆਂ ਵਿਵਸਥਾਵਾਂ ਸੀਗੀਆਂ ਇਹ ਨਿਊ ਲਿਬਰਲ ਪਾਲਿਸੀਜ਼ ਕਰਕੇ ਆਈਆਂ। ਸੋ ਇਹ ਜਿਹੜੀਆਂ ਸੀਗੀਆਂ ਵਿਸ਼ਵ ਦੇ ਵਿੱਚ ਜਿਹੜਾ ਵਿਸ਼ਵ ਦਾ ਵਪਾਰ ਸੀਗਾ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਸਥਾਪਿਤ ਹੋ ਗਈਆਂ। ਅਗਰ ਉਸ ਤੋਂ ਬਾਅਦ ਆਪਾਂ ਇਹਦੇ ਨੈਗੇਟਿਵ ਇੰਪੈਕਟ ਦੀ ਗੱਲ ਕਰੀਏ, ਇਹਦੇ ਨਾਲ ਜਿਹੜਾ ਹੈਗਾ ਵਿਸ਼ਵ ਦੀ ਅਰਥ ਵਿਵਸਥਾ ਦੇ ਵਿੱਚ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਔਰ ਡਿਵੈਲਪਡ ਕੰਟਰੀਜ਼ ਹੈ ਉਹਦੇ ਵਿੱਚ ਜਿਹੜਾ ਹੈ ਗੈਪ ਜਿਹੜਾ ਹੈ ਬਹੁਤ ਜ਼ਿਆਦਾ ਵਧਿਆ, ਇਨਇਕੁਐਲਿਟੀ ਆਈ ਹੈ। ਜਿਹੜੀਆਂ ਡਿਵੈਲਪਡ ਇਕਨੋਮੀਜ਼ ਹੈ ਉਹਨਾਂ ਨੇ ਅੰਡਰ ਡਿਵੈਲਪਡ ਇਕਨੋਮੀਜ਼ ਦਾ ਜਿਹੜਾ ਹੈਗਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਫਿਰ ਗਲੋਬਲਾਈਜੇਸ਼ਨ ਐਂਡ ਫਾਈਨੈਂਸ਼ੀਅਲ ਕ੍ਰਾਈਸਿਸ। ਹੁਣ ਨੋ ਡਾਊਟ ਅਸੀਂ ਕਹਿੰਦੇ ਸੀਗੇ ਕਿ ਜਿਹੜਾ ਹੈ ਹੁਣ ਅਗਰ ਅਸੀਂ ਕਲਾਸੀਕਲ ਲਿਬਰਲਿਜ਼ਮ ਦੀ ਗੱਲ ਕਰੀਏ ਜਾਂ ਟ੍ਰੈਡੀਸ਼ਨਲ ਲਿਬਰਲਿਜ਼ਮ ਦੀ ਗੱਲ ਕਰੀਏ, ਅਸੀਂ ਉਹਨੂੰ ਵੀ ਇੱਕ ਬਹੁਤ ਵਧੀਆ ਜਿਹੜਾ ਆਰਥਿਕ ਮਾਡਲ ਮੰਨਦੇ ਸੀਗੇ। ਅਸੀਂ ਫਿਰ ਜਿਹੜਾ 1970 ਤੇ 80 ਦੇ ਵਿੱਚ ਮਾਡਲ ਆਇਆ ਨਿਊ ਲਿਬਰਲਿਜ਼ਮ ਦਾ ਜਾਂ ਨਵ ਉਦਾਰਵਾਦ ਦਾ, ਉਹਨੂੰ ਵੀ ਅਸੀਂ ਇੱਕ ਬਹੁਤ ਵਧੀਆ ਮਾਡਲ ਮੰਨਦੇ ਸੀਗੇ। ਪਰ 2008 ਦੇ ਵਿੱਚ ਜਿਹੜੀ ਆਰਥਿਕ ਮੰਦੀ ਆਈ ਵਿਸ਼ਵ ਨੇ, ਉਹਨੇ ਸਾਰੇ ਵਿਸ਼ਵ ਨੂੰ ਜਿਹੜਾ ਸੀਗਾ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਸਾਨੂੰ ਜਿਹੜਾ ਹੈਗਾ ਹੈ ਬਹੁਤ ਜ਼ਿਆਦਾ ਜਿਹੜਾ ਹੈ ਕੈਪੀਟਲਿਜ਼ਮ ਉੱਤੇ ਜਾਂ ਜ਼ੋਰ ਨਹੀਂ ਦੇਣਾ ਚਾਹੀਦਾ, ਇੱਕ ਬੈਲੈਂਸਡ ਜੀ ਅਪਰੋਚ ਜਿਹੜੀ ਹੈ ਸਾਨੂੰ ਲੈਣੀ ਚਾਹੀਦੀ ਹੈ। ਫਿਰ ਐਕਸਪਲੋਇਟੇਸ਼ਨ ਹੁੰਦੀ ਹੈ ਡਿਵੈਲਪਿੰਗ ਕੰਟਰੀਜ਼ ਦੀ। ਫਿਰ ਮੋਨੋਪੋਲੀ ਟ੍ਰੇਡ ਦੇ ਵਿੱਚ ਜਿਹੜੀ ਹੈ ਆਪਣੇ ਕਹਿ ਲਓ ਡੋਮੀਨੈਂਸ ਜਾਂ ਮੋਨੋਪੋਲੀ ਦੀ ਜਿਹੜੀ ਹੈ ਸਥਾਪਨਾ ਹੁੰਦੀ ਹੈ, ਇਹਦਾ ਨੈਗੇਟਿਵ ਇੰਪੈਕਟ ਪਿਆ। ਫਿਰ ਅਨਸਸਟੇਨ ਇਕਨੋਮਿਕ ਗਰੋਥ ਹੋਈ। ਹੁਣ ਇਕਨੋਮਿਕ ਗਰੋਥ ਅਸੀਂ ਕਿਹਨੂੰ ਕਹਾਂਗੇ, ਕਿਸ ਚੀਜ਼ ਨੂੰ ਅਸੀਂ ਇਕਨੋਮਿਕ ਜਿਹੜਾ ਹੈ ਗਰੋਥ ਮੰਨਾਂਗੇ, ਠੀਕ ਹੈ ਜੀ। ਕਿਸ ਚੀਜ਼ ਨੂੰ ਆਪਾਂ ਇਕਨੋਮਿਕ ਗਰੋਥ ਮੰਨਾਂਗੇ? ਇਕਨੋਮਿਕ ਗਰੋਥ ਦਾ ਫਾਇਦਾ ਜਿਹੜਾ ਹੈ ਜਿਹੜੇ ਹਰ ਦੇਸ਼ ਦੇ ਨਾਗਰਿਕ ਆ ਉਹਨਾਂ ਨੂੰ ਵੀ ਹੋਣਾ ਚਾਹੀਦਾ। ਇਕਨੋਮਿਕ ਪ੍ਰੋਸਪੈਰਿਟੀ ਅਸੀਂ ਤਾਂ ਹੀ ਮੰਨਾਂਗੇ ਕਿ ਅਗਰ ਅਸੀਂ ਜਿਹੜੇ ਅਸੀਂ ਆਰਥਿਕ ਸੁਧਾਰ ਕੀਤੇ ਉਹਨਾਂ ਦਾ ਜਿਹੜਾ ਮੋਟਿਵ ਹੈ ਜਾਂ ਉਦੇਸ਼ ਇਹ ਹੈ ਕਿ ਹਰ ਜਿਹੜਾ ਜਨ ਹੈ ਹਰ ਦੇਸ਼ ਦੇ ਵਿੱਚ ਜਿਹੜਾ ਨਾਗਰਿਕ ਹੈ ਉਹਨੂੰ ਉਸ ਦਾ ਜਿਹੜਾ ਹੈ ਪ੍ਰੋਫਿਟ ਜਿਹੜਾ ਹੈ। ਫਿਰ ਠੀਕ ਹੈ ਜੀ, ਡਿਵੈਲਪਿੰਗ ਕੰਟਰੀਜ਼ ਹੈ ਡਿਸਐਡਵਾਂਟੇਜ। ਇਹਦੇ ਵਿੱਚ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਉਹ ਡਿਪੈਂਡੈਂਟਸ ਹੋ ਗਈਆਂ। ਜਿਹੜਾ ਆਂਦਰੇ ਗੁੰਟਰ ਫਰੈਂਕ ਤੇ ਵਾਲਟਰਸਨ ਦੀ ਜਿਹੜੀ ਡਿਪੈਂਡੈਂਸੀ ਆਰਥਿਕ ਨਿਰਭਰਤਾ ਦਾ ਜਿਹੜਾ ਸਿਧਾਂਤ ਹੈ ਉਹਦੇ ਵਿੱਚ ਕੋਰ ਅਤੇ ਪੈਰੀਫਰੀ ਦੀ ਗੱਲ ਕੀਤੀ ਜਾਂਦੀ ਹੈ। ਜਿਹੜਾ ਕੋਰ ਹੈਗਾ ਉਹ ਪੈਰੀਫਰੀ ਤੇ ਨਿਰਭਰ ਕਰਦਾ ਹੈ, ਇਸ ਤਰ੍ਹਾਂ ਪੈਰੀਫਰੀ ਜਿਹੜੀ ਹੈ ਕੋਰ ਉੱਤੇ ਜਿਹੜੀ ਹੈ ਨਿਰਭਰ ਕਰਦੀ ਹੈ। ਫਿਰ ਕੰਜ਼ਿਊਮਰਿਜ਼ਮ ਆ ਗਿਆ, ਭੌਤਿਕਵਾਦ ਆ ਗਿਆ। ਫਿਰ ਪ੍ਰਾਈਵੇਟਾਈਜੇਸ਼ਨ ਦੇ ਨੈਗੇਟਿਵ ਇੰਪੈਕਟ ਜਿਹੜਾ ਸੀਗਾ ਪਿਆ ਹੈ, ਠੀਕ ਹੈ। ਫਿਰ ਅਗਰ ਅਸੀਂ ਗੱਲ ਕਰੀਏ ਗਲੋਬਲਾਈਜੇਸ਼ਨ ਦਾ ਜਿਹੜਾ ਸੀਗਾ ਨੈਗੇਟਿਵ ਇੰਪੈਕਟ ਪਿਆ। ਸੋ ਇਹਦੇ ਪ੍ਰੋਸ ਐਂਡ ਕੌਨਸ ਸੀਗੇ। ਅਗਰ ਤੁਹਾਨੂੰ ਪੁੱਛ ਲੈਣ ਇਹਦੀਆਂ ਲਾਭ ਤੇ ਹਾਨੀਆਂ ਲਿਖੋ, ਤਾਂ ਲਾਭ ਤੇ ਹਾਨੀਆਂ ਦੇ ਵਿੱਚ ਵੀ ਜਿਹੜਾ ਹੈ ਇਹੀ ਪੁਆਇੰਟ ਜਿਹੜੇ ਹੈ ਉਹ ਆਣਗੇ। ਸੋ ਮੈਂ ਅੱਜ ਦਾ ਲੈਕਚਰ ਇੱਥੇ ਹੀ ਸਮਾਪਤ ਕਰਦਾ। ਇਹਦੇ ਨਾਲ ਤੁਹਾਡਾ ਇਹ ਟੌਪਿਕ ਵੀ ਜਿਹੜਾ ਹੈ ਖਤਮ ਹੁੰਦਾ ਹੈ, ਕੰਕਲੂਡ ਹੁੰਦਾ ਹੈ। ਸੋ ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਆਏ ਹੋਏ ਨੇ, ਬਾਕੀ ਮੈਂ ਇਹਦੇ ਨੋਟਸ ਤੁਹਾਨੂੰ ਜਿਹੜਾ ਹੈਗਾ ਭੇਜ ਦੂੰਗਾ, ਤੇ ਇਹਦੇ ਨਾਲ ਜਿਹੜੇ ਰਿਲੇਟਡ ਕੁਐਸਚਨ ਆਪਣਾ ਪਿਛਲੇ ਪੇਪਰਾਂ 'ਚ ਆਏ ਹੋਏ ਆ ਉਹ ਆਪਾਂ ਡਿਸਕਸ ਜਿਹੜਾ ਹੈ ਕਰ ਲਵਾਂਗੇ। ਐਜ਼ ਅ ਕਨਸੈਪਚੁਅਲ ਜਿਹੜੀ ਨਿਊ ਲਿਬਰਲਿਜ਼ਮ ਦਾ ਜਿਹੜਾ ਕਨਸੈਪਟ ਸੀਗਾ ਉਹਦੇ ਉੱਤੇ ਅਸੀਂ ਪੂਰੀ ਚਰਚਾ ਅੱਜ ਖਤਮ ਕਰ ਲਈ। ਸੋ ਕੱਲ ਨੂੰ ਅਸੀਂ ਇੱਕ ਹੋਰ ਨਵਾਂ ਜਿਹੜਾ ਹੈ ਟੌਪਿਕ ਹੈਗਾ ਉਹ ਸ਼ੁਰੂ ਕਰਾਂਗੇ। ਇਸ ਯੂਨਿਟ ਦਾ ਹੀ ਆਪਾਂ ਸੈਕੰਡ ਯੂਨਿਟ ਦਾ ਹੀ ਜਿਹੜਾ ਹੈਗਾ ਇੱਕ ਹੋਰ ਜਿਹੜਾ ਟੌਪਿਕ ਹੈ ਉਹ ਸ਼ੁਰੂ ਕਰ ਲੈਂਦੇ ਹੈਗੇ ਆ। ਸੈਕੰਡ ਯੂਨਿਟ ਦੇ ਵਿੱਚ ਹੋਰ ਜਿਹੜਾ ਕਿਹੜਾ ਟੌਪਿਕ ਹੈਗਾ ਕੋਰਸ ਮਾਰਕਸਵਾਦ, ਨਵ ਮਾਰਕਸਵਾਦ ਕਰਾਂਗੇ। ਇਹ ਜਿਹੜਾ ਨਵ ਮਾਰਕਸਵਾਦ ਹੈ ਇਹ ਦੋ ਵਿਚਾਰਕ ਹੋਏ ਅਰਨਸਟ ਲਾਓ ਅਤੇ ਮੁਕਾਲਫੇ, ਉਹਨਾਂ ਨੇ ਇਹ ਕਨਸੈਪਟ ਦਿੱਤਾ। ਇਹ ਮੈਂ ਤੁਹਾਨੂੰ ਜਿੱਦਾਂ ਪਹਿਲੇ ਦੱਸਿਆ ਇਹ ਜਿਹੜੇ ਕਨਸੈਪਟ ਹੈਗੇ ਆ ਸਾਰੇ ਆਪਸ ਦੇ ਵਿੱਚ ਜਿਹੜੇ ਆ ਲਿੰਕਡ ਹੈ।
ਹੁਣ ਅਰਨੈਸਟ ਲਾਲਾਵਾ ਤੇ ਚਾਰਟ ਮੁਖਾਲਫੇ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਹੈ ਨਵ ਜਿਹੜਾ ਆਧੁਨਿਕਤਾਵਾਦ ਉਹਦੇ ਉੱਤੇ ਵੀ ਆਪਣੇ ਵਿਚਾਰ ਦਿੱਤੇ। ਸੋ ਇਹ ਜਦੋਂ ਕਹਿਣ ਦਾ ਮਤਲਬ ਹੈ ਕਿ ਆਧੁਨਿਕਤਾ ਦੇ ਨਾਲ ਜਿਹੜੇ ਹੈ ਕਈ ਤਰ੍ਹਾਂ ਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਦਾ ਜਿਹੜਾ ਸੀਗਾ ਜਨਮ ਹੋਇਆ ਸੀ। ਸੋ ਥੈਂਕ ਯੂ ਫॉर ਅਟੈਂਡਿੰਗ ਮਾਈ ਕਲਾਸ। ਅੱਜ ਦਾ ਮੇਰਾ ਲੈਕਚਰ ਇੱਥੇ ਹੀ ਸਮਾਪਤ।